ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ। ਅੰਕ 222 ਗੌੜੀ ਗੁਆਰੇਰੀ ਮਹਿਲਾ ਪਹਿਲਾ। ਨਾ ਮਨ ਮਰੈ ਨਾ ਕਾਰਜ ਹੋਏ। ਉਤਨਾ ਚਿਰ ਮਨ ਤ੍ਰਿਸ਼ਨਾ ਵੱਲੋਂ ਮਰਦਾ ਨਹੀਂ ਤੇ ਉਤਨਾ ਚਿਰ ਪਰਮਾਤਮਾ ਨਾਲ ਇੱਕ ਰੂਪ ਹੋਣ ਦਾ ਜਨਮ ਮਨੋਰਥ ਵੀ ਸਿਰੇ ਨਹੀਂ ਚੜ੍ਹਦਾ। ਮਨ ਵਸ ਦੂਤਾਂ ਦੁਰਮਤ ਦੋਏ। ਜਿਤਨਾ ਚਿਰ ਮਨੁੱਖ ਦਾ ਮਨ ਕਾਮਦਿਕ ਵਿਕਾਰਾਂ ਦੇ ਵਸ ਵਿੱਚ ਹੈ, ਕੋਝੀ ਮਤ ਦੇ ਅਧੀਨ ਹੈ ਅਤੇ ਮੇਰ ਤੇ ਦੇ ਕਾਬੂ ਵਿੱਚ ਹੈ। ਮਨ ਮਾਨੈ ਗੁਰ ਤੇ ਇੱਕ ਹੋਏ। ਜੇ ਗੁਰੂ ਤੋਂ ਸਿੱਖਿਆ ਲੈ ਕੇ ਮਨੁੱਖ ਦਾ ਮਨ ਸਿਫਤਸਲਾਹ ਵਿੱਚ ਗਿੱਝ ਜਾਂਦਾ ਹੈ, ਤਦੋਂ ਇਹ ਪਰਮਾਤਮਾ ਨਾਲ ਇੱਕ ਰੂਪ ਹੋ ਜਾਂਦਾ ਹੈ। ਨਿਰਗੁਣ ਰਾਮ ਗੁਣੈ ਵਸ ਹੋਏ। ਪਰਮਾਤਮਾ ਮਾਇਆ ਦੇ 3 ਗੁਣਾਂ ਤੋਂ ਪਰੇ ਹੈ ਤੇ ਉੱਚੇ ਆਤਮਿਕ ਗੁਣਾਂ ਦੇ ਵਸ ਵਿੱਚ ਹੈ। ਭਾਵ ਜੋ ਮਨੁੱਖ ਉੱਚੇ ਆਤਮਿਕ ਗੁਣਾਂ ਨੂੰ ਆਪਣੇ ਅੰਦਰ ਵਸਾਉਂਦਾ ਹੈ, ਪਰਮਾਤਮਾ ਉਸ ਨਾਲ ਪਿਆਰ ਕਰਦਾ ਹੈ। ਆਪ ਨਿਵਾਰ ਵਿਚਾਰੈ ਸੋਏ। ਰਹਾਓ, ਜਿਹੜਾ ਮਨੁੱਖ ਆਪਾ ਭਾਵ ਦੂਰ ਕਰ ਲੈਂਦਾ ਹੈ, ਉਹ ਸਭ ਗੁਣਾਂ ਦੇ ਨੂੰ ਆਪਣੇ ਮਨ ਵਿੱਚ ਵਸਾਉਂਦਾ ਹੈ। ਰਹਾਓ, ਮਨ ਭੂਲੋ ਬਹੁ ਚਿਤੈ ਵਿਕਾਰ। ਮਨ ਵਸ ਹੋ ਕੇ ਜਿਤਨਾ ਚਿਰ ਮਨ ਕੁਰਾਹੇ ਪਿਆ ਰਹਿੰਦਾ ਹੈ, ਉਤਨਾ ਚਿਰ ਇਹ ਵਿਕਾਰ ਹੀ ਵਿਕਾਰ ਚਿਤਵਦਾ ਰਹਿੰਦਾ ਹੈ। ਮਨ ਭੂਲੋ ਸਿਰ ਆਵੈ ਭਾਰ। ਜਿਤਨਾ ਚਿਰ ਮਨ ਕੁਰਾਹੇ ਪਿਆ ਰਹਿੰਦਾ ਹੈ, ਮਨੁੱਖ ਦੇ ਸਿਰ ਉੱਤੇ ਵਿਕਾਰਾਂ ਦਾ ਬੋਝ ਇਕੱਠਾ ਹੁੰਦਾ ਜਾਂਦਾ ਹੈ। ਮਨ ਮਾਨੇ ਹਰ ਏਕੰਕਾਰ। ਪਰ ਜਦੋਂ ਗੁਰੂ ਤੋਂ ਸਿੱਖਿਆ ਲੈ ਕੇ ਮਨ ਪ੍ਰਭੂ ਦੀ ਸਿਫਤਸਲਾਹ ਵਿੱਚ ਪਰਚਦਾ ਹੈ, ਤਦੋਂ ਇਹ ਪਰਮਾਤਮਾ ਨਾਲ ਇੱਕ ਸੁਰ ਹੋ ਜਾਂਦਾ ਹੈ। ਮਨ ਭੂਲੋ ਮਾਇਆ ਕਰ ਜਾਏ। ਮਾਇਆ ਦੇ ਆਸਰੇ ਆ ਕੇ ਕੁਰਾਹੇ ਪਿਆ ਮਨ ਮਾਇਆ ਦੇ ਘਰ ਵਿੱਚ ਮੁੜ ਜਾਂਦਾ ਹੈ। ਕਾਮ ਵਿਰੋਧਿਓ ਰਹੇ ਨਾ ਠਾਏ। ਕਾਮ ਵਾਸਨਾ ਵਿੱਚ ਫਸਿਆ ਹੋਇਆ ਮਨ ਟਿਕਾਣੇ ਸਿਰ ਨਹੀਂ ਰਹਿੰਦਾ। ਹਰ ਭਜ ਪ੍ਰਾਣੀ ਰਸਨ ਰਸਾਏ। ਇਹ ਮਾਇਆ ਦੇ ਪ੍ਰਭਾਵ ਤੋਂ ਬਚਣ ਲਈ ਇਹ ਪ੍ਰਾਣੀ ਆਪਣੀ ਜੀਵ ਨੂੰ ਅੰਮ੍ਰਿਤ ਨਾਮ ਵਿੱਚ ਰਸਾ ਕੇ ਪਰਮਾਤਮਾ ਦਾ ਭਜਨ ਕਰ। ਹੈਬਰ ਗੈਬਰ ਕੰਚਨ ਸੁਤ ਨਾਰੀ। ਵਧੀਆ ਹਾਥੀ ਵਧੀਆ ਘੋੜੇ ਸੋਨਾ ਪੁੱਤਰ ਇਸਤਰੀ, ਇਹਨਾਂ ਦਾ ਮੋਹ ਜੂਏ ਦੀ ਖੇਡ ਹੈ। ਬਹੁ ਚਿੰਤਾ ਪਿੜ ਚਾਲੈ ਹਾਰੀ। ਪੁੱਤਰ ਇਸਤਰੀ ਆਦਿਕ ਦੇ ਮੋਹ ਦੇ ਕਾਰਨ ਮਨ ਨੂੰ ਬਹੁਤ ਚਿੰਤਾ ਵਿਆਪਤੀ ਹੈ ਤੇ ਆਖਰ ਇਸ ਜਗਤ ਅਖਾੜੇ ਤੋਂ ਮਨੁੱਖ ਬਾਜੀ ਹਾਰ ਕੇ ਜਾਂਦਾ ਹੈ। ਜੂਏ ਖੇਲਣ ਕਾਚੀ ਸਾਰੀ। ਜਿਵੇਂ ਜੂਏ ਦੀ ਖੇਡ ਚੌਪੜ ਦੀਆਂ ਕੱਚੀਆਂ ਨਰਦਾਂ ਮੁੜ ਮੁੜ ਮਾਰ ਖਾਂਦੀਆਂ ਹਨ, ਤਿਵੇਂ ਇਸ ਜੂਏ ਦੀ ਖੇਡ ਖੇਡਣ ਵਾਲੇ ਦਾ ਮਨ ਕਮਜ਼ੋਰ ਰਹਿ ਕੇ ਵਿਕਾਰਾਂ ਦੀਆਂ ਚੋਟਾਂ ਖਾਂਦਾ ਰਹਿੰਦਾ ਹੈ। ਸੰਪੋ ਸੰਚੀ ਭਏ ਵਿਕਾਰ। ਜਿਉਂ ਜਿਉਂ ਮਨੁੱਖ ਧਨ ਜੋੜਦਾ ਹੈ, ਮਨ ਵਿੱਚ ਵਿਕਾਰ ਪੈਦਾ ਹੁੰਦੇ ਜਾਂਦੇ ਹਨ। ਹਰ ਕਸੋਗ ਊਬੈ ਦਰਬਾਰ। ਕਦੇ ਖੁਸ਼ੀ ਕਦੇ ਚਿੰਤਾ, ਇਹ ਖੁਸ਼ੀ ਤੇ ਸਹਿਮ ਸਦਾ ਮਨੁੱਖ ਦੇ ਬੂਹੇ ਤੇ ਖਲੋਤੇ ਹੀ ਰਹਿੰਦੇ ਹਨ। ਸੁਖ ਸਹਿਜੇ ਜਪ ਹਿਰਦੈ ਮੁਰਾਰ। ਪਰ ਹਿਰਦੇ ਵਿੱਚ ਪਰਮਾਤਮਾ ਦਾ ਸਿਮਰਨ ਕੀਤੇ ਮਨ ਅਡੋਲ ਅਵਸਥਾ ਵਿੱਚ ਟਿਕ ਜਾਂਦਾ ਹੈ ਤੇ ਆਤਮਿਕ ਆਨੰਦ ਮਾਣਦਾ ਹੈ। ਨਦਰ ਕਰੇ ਤਾਂ ਮੇਲ ਮਿਲਾਏ। ਪਰ ਜੀਵ ਦੇ ਕੀ ਵਸ, ਜਦੋਂ ਪਰਮਾਤਮਾ ਮਿਹਰ ਦੀ ਨਿਗਾਹ ਕਰਦਾ, ਤਦੋਂ ਗੁਰੂ ਇਸ ਨੂੰ ਆਪਣਾ ਸ਼ਬਦ ਵਿੱਚ ਜੋੜ ਕੇ ਪ੍ਰਭੂ ਚਰਨਾਂ ਵਿੱਚ ਮਿਲਾ ਦਿੰਦਾ ਹੈ। ਗੁਣ ਸੰਗ੍ਰਹਿ ਅਵਗੁਣ ਸ਼ਬਦ ਜਲਾਏ। ਗੁਰੂ ਦੇ ਸਨਮੁਖ ਹੋ ਕੇ ਜੀਵ ਆਤਮਿਕ ਗੁਣ ਆਪਣੇ ਅੰਦਰ ਇਕੱਠੀ ਕਰਕੇ ਗੁਰੂ ਸ਼ਬਦ ਦੀ ਰਾਹੀਂ ਆਪਣੇ ਅੰਦਰੋਂ ਅਵਗੁਣ ਸਾੜ ਦਿੰਦਾ ਹੈ। ਗੁਰਮੁਖ ਨਾਮ ਪਦਾਰਥ ਪਾਏ। ਗੁਰੂ ਦੇ ਸਨਮੁਖ ਹੋ ਕੇ ਮਨੁੱਖ ਨਾਮ ਲੱਭ ਲੈਂਦਾ ਹੈ। ਬਿਨ ਨਾਵੈ ਸਭ ਦੁਖ ਨਿਵਾਸ। ਪ੍ਰਭੂ ਦੇ ਨਾਮ ਵਿੱਚ ਜੁੜਨ ਤੋਂ ਬਿਨਾਂ ਮਨੁੱਖ ਦੇ ਮਨ ਵਿੱਚ
ਸਾਰੇ ਦੁੱਖ ਕਲੇਸ਼ਾਂ ਦਾ ਡਰਾ ਆ ਲੱਭਦਾ ਹੈ। ਮਨ ਮੁਖ ਮੂੜ ਮਾਇਆ ਚਿੱਤ ਵਾਸ, ਮੂਰਖ ਮਨੁੱਖ ਦੇ ਚਿੱਤ ਦਾ ਵਾਸਾ ਮਾਇਆ ਦੇ ਮੋਹ ਵਿੱਚ ਹੀ ਰਹਿੰਦਾ ਹੈ। ਗੁਰਮੁਖ ਗਿਆਨ ਧੁਰ ਕਰਮ ਲਿਖਿਆ, ਧੁਰੋਂ ਪਰਮਾਤਮਾ ਦੀ ਮਿਹਰ ਨਾਲ ਜਿਸ ਦੇ ਮੱਥੇ ਉੱਤੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਲੇਖ ਉਗੜਦਾ ਹੈ, ਉਹ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਪਰਮਾਤਮਾ ਨਾਲ ਡੂੰਘੀ ਸਾਂਝ ਪਾਉਂਦਾ ਹੈ। ਮਨ ਚੰਚਲ ਧਾਵਤ ਫੁਨ ਧਾਵੈ, ਆਤਮਿਕ ਗੁਣਾਂ ਤੋਂ ਸੱਖਣਾ ਮਨ ਚੰਚਲ ਰਹਿੰਦਾ ਹੈ, ਮਾਇਆ ਦੇ ਪਿੱਛੇ ਦੌੜਦਾ ਹੈ, ਮੁੜ ਮੁੜ ਦੌੜਦਾ ਹੈ। ਸਾਚੇ ਸੁੱਚੇ ਮੈਲ ਨਾ ਪਾਵੈ, ਸਦਾ ਸਥਿਰ ਰਹਿਣ ਵਾਲੇ ਤੇ ਵਿਕਾਰਾਂ ਦੀ ਪਿੱਠ ਤੋਂ ਸੁੱਚੇ ਪ੍ਰਮਾਤਮਾ ਨੂੰ ਮਨੁੱਖ ਦੇ ਮਨ ਦੀ ਇਹ ਮੈਲ ਚੰਗੀ ਨਹੀਂ ਲੱਗਦੀ, ਇਸ ਵਾਸਤੇ ਇਹ ਪ੍ਰਮਾਤਮਾ ਤੋਂ ਵਿਛੜਿਆ ਰਹਿੰਦਾ ਹੈ। ਨਾਨਕ ਗੁਰਮੁਖ ਹਰ ਗੁਣ ਗਾਵੈ, ਹੇ ਨਾਨਕ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਉਹ ਪਰਮਾਤਮਾ ਦੇ ਗੁਣ ਗਾਉਂਦਾ ਹੈ ਤੇ ਉਸਦਾ ਜਨਮ ਮਨੋਰਥ ਸਿਰੇ ਚੜ੍ਹ ਜਾਂਦਾ ਹੈ। ਗੌੜੀ ਕੁਆਰੀ ਮਹਿਲਾ ਪਹਿਲਾ, ਹਉਮੈ ਕਰਤਿਆਂ ਨੇ ਸੁਖ ਹੋਏ, ਆਪਣੇ ਮਨ ਦੀ ਅਗਵਾਈ ਵਿੱਚ ਰਹਿ ਕੇ ਹਰ ਵੇਲੇ ਆਪਣੇ ਹੀ ਬੜਪਣ ਦੇ ਸੁੱਖ ਦੀਆਂ ਗੱਲਾਂ ਕਰਦਿਆਂ ਸੁੱਖ ਨਹੀਂ ਮਿਲ ਸਕਦਾ। ਮਨ ਮਤ ਝੂਠੀ ਸੱਚਾ ਸੋਏ, ਮਨ ਦੀ ਸਿਆਣਪ ਨਾਸਵੰਤ ਪਦਾਰਥਾਂ ਵਿੱਚ ਜੋੜਦੀ ਹੈ। ਉਹ ਪਰਮਾਤਮਾ ਸਦਾ ਸਥਿਰ ਰਹਿਣ ਵਾਲਾ ਹੈ ਤੇ ਸੁੱਖਾਂ ਦਾ ਸੋਮਾ ਹੈ। ਮਨ ਮਤ ਦੇ ਤੇ ਪਰਮਾਤਮਾ ਦਾ ਸੁਭਾਅ ਵੱਖ ਵੱਖ ਹੈ, ਦੋਹਾਂ ਦਾ ਮੇਲ ਨਹੀਂ ਹੈ। ਸਗਲ ਵਿਗੂਦੇ ਭਾਵੈ ਦੋਏ, ਸੁੱਖ ਕਿੱਥੋਂ ਆਵੇ ਜਿਨ੍ਹਾਂ ਨੂੰ ਨਾਮ ਵਿਸਾਰ ਕੇ ਮੇਰ ਤੇਰ ਚੰਗੀ ਲੱਗਦੀ ਹੈ, ਉਹ ਸਾਰੇ ਖੁਆਰ ਹੀ ਹੁੰਦੇ ਹਨ। ਸੋ ਕਮਾਵੇ ਧੁਰ ਲਿਖਿਆ ਹੋਏ, ਪਰ ਜੀਵਾਂ ਦੇ ਕੀ ਵਸ, ਕੀਤੇ ਕਰਮਾਂ ਅਨੁਸਾਰ ਜੀਵ ਦੇ ਮੱਥੇ ਉੱਤੇ ਜੋ ਧੁਰੋਂ ਲੇਖ ਲਿਖਿਆ ਹੁੰਦਾ ਹੈ ਉਸ ਦੇ ਅਨੁਸਾਰ ਇੱਥੇ ਕਮਾਈ ਕਰਦਾ ਹੈ। ਨਾਮ ਸੇਵਨ ਛੱਡ ਕੇ ਨਾਸਵੰਤ ਪਦਾਰਥਾਂ ਵਿੱਚੋਂ ਸੁੱਖ ਭਾਲਣ ਦੇ ਵਿਅਰਥ ਯਤਨ ਕਰਦਾ ਹੈ। ਐਸਾ ਜਗ ਦੇਖਿਆ ਜਵਾਰੀ, ਮੈਂ ਵੇਖਿਆ ਹੈ ਕਿ ਜਗਤ ਜੂਏ ਦੀ ਖੇਡ ਖੇਡਦਾ ਹੈ। ਸਭ ਸੁੱਖ ਮੰਗੇ ਨਾਮ ਵਿਸਾਰੀ, ਅਜਿਹੀ ਖੇਡ ਖੇਡਦਾ ਹੈ ਕਿ ਸੁੱਖ ਤਾਂ ਸਾਰੇ ਹੀ ਮੰਗਦਾ ਹੈ, ਪਰ ਜਿਸ ਨਾਮ ਤੋਂ ਸੁੱਖ ਮਿਲਦੇ ਹਨ ਉਹ ਨਾਮ ਨੂੰ ਵਿਸਾਰ ਰਿਹਾ ਹੈ। ਰਹਾਓ ਐ ਦ੍ਰਿਸ਼ਟ ਦਿਸੈ ਤਾਂ ਕਿਹਾ ਜਾਈ, ਪਰਮਾਤਮਾ ਇਹਨਾਂ ਅੱਖਾਂ ਨਾਲ ਦਿਸਦਾ ਨਹੀਂ। ਜੇ ਅੱਖੀਂ ਦਿਸੇ ਤਾਂ ਹੀ ਉਸ ਨੂੰ ਮਿਲਣ ਦੀ ਖਿੱਚ ਪੈਦਾ ਹੁੰਦੀ ਹੈ ਤੇ ਉਸਦਾ ਨਾਮ ਲੈਣ ਨੂੰ ਚਿੱਤ ਕਰੇ। ਬਿਨ ਦੇਖੇ ਕਹਿਣਾ ਵਿਰਥਾ ਜਾਏ, ਅੱਖੀਂ ਦਿਸਣ ਤੋਂ ਬਿਨਾਂ ਉਸ ਦੇ ਦੀਦਾਰ ਦੀ ਖਿੱਚ ਨਹੀਂ ਬਣਦੀ ਤੇ ਤਾਂਘ ਨਾਲ ਉਸਦਾ ਨਾਮ ਲਿਆ ਨਹੀਂ ਜਾ ਸਕਦਾ। ਖਿੱਚ ਬਣੀ ਰਹਿੰਦੀ ਹੈ ਦਿਸਦੇ ਪਦਾਰਥਾਂ ਨਾਲ। ਗੁਰਮੁਖ ਦੀਸੇ ਸਹਿਜ ਸੁਭਾਏ, ਗੁਰੂ ਦੇ ਸਨਮੁਖ ਰਿਹਾ ਮਨੁੱਖ ਦਾ ਮਨ ਦਿਸਦੇ ਪਦਾਰਥਾਂ ਵੱਲੋਂ ਹਟ ਕੇ ਡੋਲਤਾ ਵਿੱਚ ਟਿਕਦਾ ਹੈ, ਪ੍ਰਭੂ ਪ੍ਰੇਮ ਵਿੱਚ ਲੀਨ ਹੁੰਦਾ ਹੈ ਤੇ ਇਸ ਤਰ੍ਹਾਂ ਅੰਤਰਾਤਮੇ ਹੋ ਪ੍ਰਭੂ ਦਿਸ ਪੈਂਦਾ ਹੈ। ਸੇਵਾ ਸੁਰਤ ਏਕ ਲਿਵ ਲਾਏ, ਗੁਰੂ ਦੇ ਸਨਮੁਖ ਮਨੁੱਖ ਦੀ ਸੁਰਤ ਗੁਰੂ ਦੀ ਦੱਸੀ ਸੇਵਾ ਵਿੱਚ ਜੁੜਦੀ ਹੈ, ਉਸਦੀ ਲਿਵ ਇੱਕ ਪਰਮਾਤਮਾ ਵਿੱਚ ਲੱਗਦੀ ਹੈ। ਸੁੱਖ ਮੰਗਤ ਦੁੱਖ ਆਗਲ ਹੋਏ, ਪ੍ਰਭੂ ਦਾ ਨਾਮ ਵਿਸਾਰ ਕੇ ਸੁੱਖ ਮੰਗਿਆ ਸਗੋਂ ਬਹੁਤਾ ਦੁੱਖ ਵੱਧਦਾ ਹੈ। ਸਗਲ ਵਿਕਾਰੀ ਹਾਰ ਪਰੋਏ, ਕਿਉਂਕਿ ਮਨੁੱਖ ਸਾਰੇ ਵਿਕਾਰਾਂ ਦਾ ਹਾਰ ਪਰੋ ਕੇ ਆਪਣੇ ਗਲ ਵਿੱਚ ਪਾ ਲੈਂਦਾ ਹੈ। ਏਕ ਬਿਨਾ ਝੂਠੇ ਮੁਕਤ ਨਾ ਹੋਏ, ਨਾਸਵੰਤ ਪਦਾਰਥਾਂ ਦੇ ਮੋਹ ਵਿੱਚ ਫਸੇ ਹੋਏ ਨੂੰ ਪਰਮਾਤਮਾ ਦੇ ਨਾਮ ਤੋਂ ਬਿਨਾਂ ਦੁੱਖ ਤੇ ਵਿਕਾਰਾਂ ਤੋਂ ਖੁਲਾਸੀ ਹਾਸਲ ਨਹੀਂ ਹੁੰਦੀ। ਕਰ ਕਰ ਕਰਤਾ ਦੇਖੈ ਸੋਏ, ਪ੍ਰਭੂ ਦੀ ਮਿਹਰ ਦੀ ਰਜਾ ਹੈ। ਉਹ ਕਰਤਾਰ ਆਪ ਹੀ ਸਭ ਕੁਝ ਕਰਕੇ ਆਪ ਹੀ ਇਸ ਖੇਡ ਨੂੰ ਵੇਖ ਰਿਹਾ ਹੈ। ਤ੍ਰਿਸ਼ਨਾ ਅਗਨ ਸ਼ਬਦ ਬੁਝਾਏ, ਜਿਹੜਾ ਮਨੁੱਖ ਗੁਰੂ ਦੇ ਸ਼ਬਦ ਜੁੜ ਕੇ ਆਪਣੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁਝਾਉਂਦਾ ਹੈ। ਦੂਜਾ ਭਰਮ ਸਹਿਜ ਸੁਭਾਏ, ਅਡੋਲ ਅਵਸਥਾ ਵਿੱਚ ਟਿਕ ਕੇ ਪ੍ਰਭੂ ਦੇ ਪ੍ਰੇਮ ਵਿੱਚ ਜੁੜ ਕੇ ਉਸਦੀ
ਮਾਇਕੀ ਪਦਾਰਥਾਂ ਵੱਲ ਦੀ ਭਟਕਣਾ ਮੁੱਕ ਜਾਂਦੀ ਹੈ। ਗੁਰਮਤਿ ਨਾਮ ਹਿਰਦੇ ਵਸਾਏ, ਗੁਰੂ ਦੀ ਸਿੱਖਿਆ ਉੱਤੇ ਤੁਰ ਕੇ ਉਹ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ। ਸਾਚੀ ਬਾਣੀ ਹਰ ਗੁਣ ਗਾਏ, ਪ੍ਰਭੂ ਦੀ ਸਿਫਤ ਸਲਾਹ ਦੀ ਬਾਣੀ ਦੇ ਰਾਹੀਂ ਉਹ ਪਰਮਾਤਮਾ ਦੇ ਗੁਣ ਗਾਉਂਦਾ ਹੈ ਅਤੇ ਉਸ ਦੇ ਅੰਦਰ ਆਤਮਿਕ ਆਨੰਦ ਪੈਦਾ ਹੁੰਦਾ ਹੈ। ਤਨ ਮੈਂ ਸਾਚੋ ਗੁਰਮੁਖ ਭਾਓ, ਉਂਝ ਤਾਂ ਹਰੇਕ ਸਰੀਰ ਵਿੱਚ ਸਦਾ ਸਿਰ ਪ੍ਰਭੂ ਵਸਦਾ ਹੈ, ਪਰ ਗੁਰੂ ਦੀ ਸ਼ਰਨ ਪਿਆ ਹੀ ਉਸ ਦੇ ਨਾਮ ਪ੍ਰੇਮ ਜਾਗਦਾ ਹੈ ਅਤੇ ਪ੍ਰੇਮ ਨਾਮ ਸਿਮਰਦਾ ਹੈ। ਤਨ ਮਨ ਸਾਚੋ ਗੁਰਮੁਖ ਭਾਓ, ਉਂਝ ਤਾਂ ਹਰੇਕ ਸਰੀਰ ਵਿੱਚ ਸਦਾ ਸਿਰ ਪ੍ਰਭੂ ਵਸਦਾ ਹੈ, ਪਰ ਗੁਰੂ ਦੀ ਸ਼ਰਨ ਪਿਆ ਹੀ ਉਸ ਨਾਲ ਪ੍ਰੇਮ ਜਾਗਦਾ ਹੈ ਅਤੇ ਮਨੁੱਖ ਨਾਮ ਸਿਮਰਦਾ ਹੈ। ਨਾਮ ਬਿਨਾ ਨਾਹੀ ਨਿਜ ਠਾਉ, ਨਾਮ ਤੋਂ ਬਿਨਾਂ ਮਨ ਇੱਕ ਟਿਕਾਣੇ ਉੱਤੇ ਆ ਹੀ ਨਹੀਂ ਸਕਦਾ। ਪ੍ਰੇਮ ਪ੍ਰੈਣ ਪ੍ਰੀਤਮ ਰਾਓ, ਪ੍ਰੀਤਮ ਪ੍ਰਭੂ ਵੀ ਪ੍ਰੇਮ ਦੇ ਅਧੀਨ ਹੈ। ਜਿਹੜਾ ਉਸ ਨਾਲ ਪ੍ਰੇਮ ਕਰਦਾ ਹੈ, ਨਾਦਰ ਕਰੇ ਤਾਂ ਬੂਝੇ ਨਾਮ, ਪ੍ਰਭੂ ਉਸ ਉੱਤੇ ਮਿਹਰ ਦੀ ਨਿਗਾਹ ਕਰਦਾ ਹੈ ਅਤੇ ਉਹ ਉਸ ਦੇ ਨਾਮ ਦੀ ਕਦਰ ਸਮਝਦਾ ਹੈ। ਮਾਇਆ ਮੋਹ ਸਰਬ ਜੰਝਾਲਾ, ਮਾਇਆ ਦਾ ਮੋਹ ਸਾਰੇ ਮੈਕੀ ਬੰਧਨ ਪੈਦਾ ਕਰਦਾ ਹੈ। ਮਨ ਮੁਖ ਕੁਚੀਲ ਕੁਛਿਤ ਵਿਕਰਾਲਾ, ਇਸੇ ਕਰਕੇ ਮਨ ਦੇ ਮਰੀਦ ਮਨੁੱਖ ਦਾ ਜੀਵਨ ਗੰਦਾ ਭੈੜਾ ਅਤੇ ਡਰਾਉਣਾ ਬਣ ਜਾਂਦਾ ਹੈ। ਸਤਿਗੁਰ ਸੇ ਬਹਿ ਚੁੱਕਿਆ ਜੰਝਾਲਾ, ਜਿਹੜਾ ਮਨੁੱਖ ਗੁਰੂ ਦਾ ਦੱਸਿਆ ਰਸਤਾ ਫੜਦਾ ਉਸਦੇ ਮਾਇਆ ਵਾਲੇ ਬੰਧਨ ਟੁੱਟ ਜਾਂਦੇ ਹਨ। ਅੰਮ੍ਰਿਤ ਨਾਮ ਸਦਾ ਸੁਖ ਨਾਲਾ, ਉਹ ਆਤਮਿਕ ਜੀਵਨ ਦੇਣ ਵਾਲਾ ਨਾਮ ਜਪਦਾ ਹੈ ਅਤੇ ਸਦਾ ਹੀ ਆਤਮਿਕ ਆਨੰਦ ਆਪਣੇ ਅੰਦਰ ਮਾਣਦਾ ਹੈ। ਗੁਰਮੁਖ ਬੂਝੇ ਏਕ ਲਿਵ ਲਾਏ, ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਨਾਮ ਦੀ ਕਦਰ ਸਮਝਦਾ ਹੈ, ਇੱਕ ਪਰਮਾਤਮਾ ਵਿੱਚ ਸੁਰਤ ਜੋੜਦਾ ਹੈ। ਨਿਜ ਕਰ ਵਾਸੈ ਸਾਚ ਸਮਾਏ, ਆਪਣੇ ਸਵੈ ਸਰੂਪ ਵਿੱਚ ਟਿਕਿਆ ਰਹਿੰਦਾ ਹੈ, ਸਦਾ ਸਿਰ ਪ੍ਰਭੂ ਦੇ ਚਰਨਾਂ ਵਿੱਚ ਲੀਨ ਰਹਿੰਦਾ ਹੈ। ਜੰਮਣ ਮਰਨਾ ਠਾਕ ਰਹਾਇਓ, ਆਪਣਾ ਜਨਮ ਮਰਨ ਦਾ ਗਿਲ ਰੋਕ ਲੈਂਦਾ ਹੈ। ਪੂਰੇ ਗੁਰ ਤੇ ਇਹ ਮਤ ਪਾਏ, ਪਰ ਇਹ ਅਕਲ ਉਹ ਪੂਰੇ ਗੁਰੂ ਤੋਂ ਹੀ ਪ੍ਰਾਪਤ ਕਰਦਾ ਹੈ। ਕਥਨੀ ਕਥੂ ਨ ਆਵੈ ਔਰ, ਜਿਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਮੈਂ ਉਸ ਦੇ ਗੁਣ ਗਾਉਂਦਾ ਹਾਂ। ਗੁਰ ਪੁੱਛ ਦੇਖਿਆ ਨਾਹੀਂ ਦਰ ਹੋਰ, ਮੈਂ ਆਪਣੇ ਗੁਰੂ ਨੂੰ ਪੁੱਛ ਕੇ ਵੇਖ ਲਿਆ ਹੈ ਕਿ ਉਸ ਪ੍ਰਭੂ ਤੋਂ ਬਿਨਾਂ ਸੁੱਖ ਦਾ ਹੋਰ ਕੋਈ ਟਿਕਾਣਾ ਨਹੀਂ ਹੈ। ਦੁੱਖ ਸੁੱਖ ਭਾਣੇ ਤਿਸੈ ਰਜਾਏ, ਜੀਵਾਂ ਨੂੰ ਦੁੱਖ ਅਤੇ ਸੁੱਖ ਉਸ ਪ੍ਰਭੂ ਦੀ ਰਜਾ ਵਿੱਚ ਹੀ, ਉਸ ਪ੍ਰਭੂ ਦੇ ਭਾਣੇ ਵਿੱਚ ਹੀ ਮਿਲਦੇ ਹਨ। ਨਾਨਕ ਨੀਚ ਕਹਿ ਲਿਵ ਲਾਏ, ਅਣਜਾਣ ਮਤ ਨਾਨਕ ਪ੍ਰਭੂ ਚਰਨਾਂ ਵਿੱਚ ਸੁਰਤ ਜੋੜ ਕੇ ਪ੍ਰਭੂ ਦੀ ਸਿਫਤ ਸਲਾਹ ਹੀ ਕਰਦਾ ਹੈ, ਇਸੇ ਵਿੱਚ ਹੀ ਸੁੱਖ ਹੈ। ਨਾਨਕ ਨੀਚ ਕਹਿ ਲਿਵ ਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।